ਨਮਸਕਾਰ, ਮੈਂ ਨੀਰਜ ਕੁਮਾਰ ਵਿਦਿਆ ਭਾਰਤੀ ਪੰਜਾਬ ਸਪਤਾਹਿਕ ਪੰਜਾਬੀ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ। ਸਭ ਤੋਂ ਪਹਿਲਾਂ ਪੇਸ਼ ਹਨ ਸ਼ਿਫਾਲੀ ਜਿੰਦਲ, संस्कृत अध्यापका सर्वहितकारी विद्या मंदिर मोगा जी द्वारा बोले गए अमृत वचन। तपः स्वधरं वर्तित्वं मनसोदमनं दमः क्षमा द्वन्द्वसहिष्णुत्वं हीरिकार्यनिवर्तनम्। अर्थ, अपने धर्म में लगे रहना ही तपस्या है, मन को वश में रखना ही दमन है, सुख दुख लाभ हानि में एक समान भाव रखना ही क्षमा है, न करने योग्य कार्य को त्याग देना ही लज्जा है। अमृत वचन, उस ज्ञान का कोई लाभ नहीं जो समाज हित में न हो। भारत माता की जय। ਬੀਤੇ ਸਪਤਾਹ ਦੀਆਂ ਸੁਰਖੀਆਂ ਉੱਤੇ ਯੂਕਰੇਨ ਵਿੱਚ MBBS ਕਰ ਰਹੇ ਬਰਨਾਲਾ ਦੇ ਪੁਰਾਣੇ ਵਿਦਿਆਰਥੀ ਦੀ ਹੋਈ ਮੌਤ, ਜੀਨੀਅਸ ਮੇਨ ਪ੍ਰੀਖਿਆ 2021-22 ਦੇ ਨਤੀਜੇ ਘੋਸ਼ਿਤ, ਵਿਦਿਆ ਮੰਦਿਰਾਂ ਵਿੱਚ ਮਨਾਇਆ ਗਿਆ ਰਾਸ਼ਟਰੀ ਵਿਗਿਆਨ ਦਿਵਸ, ਮਰਿੰਡਾ ਅਤੇ 43B ਚੰਡੀਗੜ੍ਹ ਵਿਦਿਆ ਮੰਦਿਰਾਂ ਵਿੱਚ ਮਨਾਇਆ ਗਿਆ ਸ਼ਿਵਰਾਤਰੀ ਦਾ ਪਰਵ, ਪ੍ਰਕਾਸ਼ਵਤੀ ਜਲੰਧਰ 43B ਚੰਡੀਗੜ੍ਹ, ਹੁਸ਼ਿਆਰਪੁਰ ਅਤੇ ਰਾਮਪੁਰਾ ਫੂਲ ਵਿਦਿਆ ਮੰਦਿਰਾਂ ਵਿੱਚ ਮਨਾਇਆ ਗਿਆ ਵਿਸ਼ਵ ਵਣ ਜੀਵ ਦਿਵਸ, ਸਿੱਖਿਆ ਖੇਤਰ ਵਿੱਚ ਸੱਜਣ ਅਤੇ ਰਾਸ਼ਟਰਵਾਦੀ ਲੋਕਾਂ ਦੀ ਸਰਗਰਮ ਭੂਮਿਕਾ ਆਵਸ਼ਕ, ਦਲੀਪ ਬੇਤਕਰ ਅਖਿਲ ਭਾਰਤੀ ਉਪ ਅਧਿਆਕਸ਼ ਵਿਦਿਆ ਭਾਰਤੀ, ਸ਼੍ਰੀ ਮੁਕਤਸਰ ਸਾਹਿਬ ਵਿੱਚ ਆਯੋਜਿਤ ਕੀਤਾ ਗਿਆ NSS ਕੈਂਪ, ਮਾਧਵ ਵਿਦਿਆ ਨਿਕੇਤਨ ਅੰਮ੍ਰਿਤਸਰ ਵਿੱਚ ਵਿਦਿਆਰਥੀਆਂ ਨੇ ਕੀਤੀ ਇਤਿਹਾਸਕ ਯਾਤਰਾ। ਹੁਣ ਖਬਰਾਂ ਵਿਸਥਾਰ ਨਾਲ। ਯੂਕਰੇਨ ਵਿੱਚ MBBS ਕਰ ਰਹੇ ਸਰਵਹਿਤਕਾਰੀ ਵਿਦਿਆ ਮੰਦਿਰ ਬਰਨਾਲਾ ਦੇ ਪੁਰਾਣੇ ਵਿਦਿਆਰਥੀ ਚੰਦਨ ਜਿੰਦਲ ਦੀ ਦੁਖਦ ਮ੍ਰਿਤਿੂ ਉੱਤੇ ਸਰਵਹਿਤਕਾਰੀ ਸਿੱਖਿਆ ਸਮਿਤੀ ਦੇ ਸਾਰੇ ਪਰਿਵਾਰ ਦੁਆਰਾ ਆਪਣੀ ਸੰਵੇਦਨਾ ਪ੍ਰਗਟ ਕੀਤੀ ਗਈ। ਚੰਦਨ ਜਿੰਦਲ ਯੁੱਧ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋ ਗਿਆ ਸੀ। ਉਸ ਨੂੰ ਮਿਲਣ ਗਏ ਚੰਦਨ ਜਿੰਦਲ ਦੇ ਪਿਤਾ ਜੀ ਯੂਕਰੇਨ ਵਿੱਚ ਹੀ ਫਸੇ ਹੋਏ ਹਨ। ਅਸੀਂ ਉਹਨਾਂ ਦੀ ਸੁੱਖ ਸ਼ਾਂਤੀ ਨਾਲ ਵਾਪਸ ਆਉਣ ਦੀ ਪ੍ਰਾਰਥਨਾ ਕਰਦੇ ਹਾਂ। ਵਿਦਿਆ ਧਾਮ ਜਲੰਧਰ ਵਿੱਚ ਸਰਵਹਿਤਕਾਰੀ ਸਿੱਖਿਆ ਸਮਿਤੀ ਪੰਜਾਬ ਦੇ ਸਿੱਖਿਆ ਵਿਭਾਗ ਦੁਆਰਾ ਜੀਨੀਅਸ ਮੇਨ ਪ੍ਰੀਖਿਆ 2021-22 ਦੇ ਨਤੀਜੇ ਘੋਸ਼ਿਤ ਕੀਤੇ ਗਏ। ਇਸ ਵਰਸ਼ ਇਸ ਪ੍ਰੀਖਿਆ ਵਿੱਚ 8ਵੀਂ ਦੇ ਵਿੱਚੋਂ 195, 10ਵੀਂ ਵਿੱਚੋਂ 166, 12ਵੀਂ ਵਿੱਚੋਂ ਸਾਇੰਸ ਗਰੁੱਪ ਦੇ 35 ਅਤੇ ਕਾਮਰਸ ਗਰੁੱਪ ਦੇ 63 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੀਖਿਆ ਦੇ परिणाम ਇਸ ਪ੍ਰਕਾਰ ਰਹੇ। 8ਵੀਂ ਦੀ ਵਿਦਿਆਰਥਣ ਦਇਆਨੰਦ ਪਬਲਿਕ ਸਕੂਲ ਪਾਂਡੂਸਰ ਨਾਭਾ ਦੀ ਵੰਸ਼ਿਕਾ ਗੁਪਤਾ ਅਤੇ SD ਤਲਵਾੜਾ ਦੇ ਨੈਤਿਕ ਨੇ 97% ਅੰਕਾਂ ਦੇ ਨਾਲ ਸਾਂਝੇ ਤੌਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭੀਖੀ ਦੀ ਹਰਮਨਜੋਤ ਕੌਰ ਨੇ 96% ਅੰਕਾਂ ਨਾਲ ਦੂਜਾ ਅਤੇ ਮਲੇਰਕੋਟਲਾ ਦੀ ਹੁਸਨਪ੍ਰੀਤ ਨੇ 93% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। 10ਵੀਂ ਜਮਾਤ ਦੀ ਭੀਖੀ ਦੀ ਗੀਤਾਂਜਲੀ ਗੁਪਤਾ ਨੇ 98% ਅੰਕਾਂ ਦੇ ਨਾਲ ਪੂਰੇ ਪ੍ਰਾਂਤ ਵਿੱਚ ਪਹਿਲਾ, ਭੀਖੀ ਦੇ ਹੀ ਕਰਨ ਗੋਇਲ ਨੇ 94% ਅੰਕਾਂ ਨਾਲ ਦੂਜਾ ਅਤੇ ਮਲੇਰਕੋਟਲਾ ਦੇ ਪੁਸ਼ਕਰ ਰਾਜ ਵਾਧਵਾਨ ਨੇ 99.5 ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। 12ਵੀਂ ਕਾਮਰਸ ਗਰੁੱਪ ਵਿੱਚੋਂ ਧੂਰਾ ਧੂਰੀ ਦੀ ਤਨਵੀ ਨੇ 93.33% ਅੰਕਾਂ ਦੇ ਨਾਲ ਪਹਿਲਾ, ਭੀਖੀ ਦੇ ਹਰਸ਼ਦੀਪ ਕੌਰ ਨੇ 92.67% ਅੰਕਾਂ ਨਾਲ ਦੂਜਾ ਅਤੇ ਭੀਖੀ ਦੇ ਹੀ ਨਵਰੀਤ ਕੌਰ ਅਤੇ ਦਇਆਨੰਦ ਪਬਲਿਕ ਸਕੂਲ ਪਾਂਡੂਸਰ ਨਾਭਾ ਦੀ ਗਰੀਮਾ ਨੇ 91.33% ਅੰਕਾਂ ਦੇ ਨਾਲ ਸੰਯੁਕਤ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ। 12ਵੀਂ ਦੀ ਸਾਇੰਸ ਗਰੁੱਪ ਵਿੱਚ ਭੀਖੀ ਦੇ ਸੁਦਕਸ਼ ਪਰਾਸ਼ਰ ਨੇ 94.67 ਅੰਕਾਂ ਨਾਲ ਪਹਿਲਾ, ਧੂਰਾ ਧੂਰੀ ਦੀ ਸਿਮਰਨਜੀਤ ਕੌਰ ਨੇ 80% ਅੰਕਾਂ ਨਾਲ ਦੂਜਾ ਅਤੇ ਧੂਰਾ ਧੂਰੀ ਦੇ ਹੀ ਪੰਕਜ ਗੋਇਲ ਨੇ 73.33 ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਪ੍ਰਾਂਤ ਦੇ ਅਧਿਆਕਸ਼ ਸ਼੍ਰੀ ਜੈਦੇਵ ਬਾਤਿਸ਼ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਹ ਆਸ ਕੀਤੀ ਕਿ ਇਹ ਵਿਦਿਆਰਥੀ ਆਉਣ ਵਾਲੇ ਪ੍ਰੀਖਿਆ ਵਿੱਚ ਵੀ ਚੰਗੇ परिणाम ਪੱਕੇ ਕਰਨਗੇ। ਸਾਰੇ ਵਿਦਿਆ ਮੰਦਿਰ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਵਿਗਿਆਨ ਦੀ ਮਾਡਲ ਅਤੇ ਪੋਸਟਰ ਬਣਾਏ। ਜਲੰਧਰ ਦੇ ਪ੍ਰਕਾਸ਼ਵਤੀ ਵਿਦਿਆ ਮੰਦਿਰ ਅਤੇ ਕੇਸ਼ਵ ਵਿਦਿਆ ਨਿਕੇਤਨ ਦੇ ਵਿਦਿਆਰਥੀ HMS ਕਾਲਜ ਵਿੱਚ ਲੱਗੀ ਵਿਗਿਆਨ ਪ੍ਰਦਰਸ਼ਨੀ ਦੇਖਣ ਗਏ। ਆਓ ਦੇਖਦੇ ਹਾਂ 44D ਵਿਦਿਆ ਮੰਦਿਰ ਵਿੱਚ ਵਿਦਿਆਰਥੀਆਂ ਦੀ 3 ਵੀਡੀਓ। The sun because of its gravitational properties, and the first 4 inner planet is called known as inner planet. I have made the model of stethoscope. Now I am going to explain you where it works. Stethoscope is an instrument used by doctors, nurses in hospitals or clinics. It is used to hear and check the heartbeat of the person. It has earplugs and diaphragm by which we can hear the heartbeat of the person. It is one of the most important tools
used by doctors in medical field. Thank you. I make a project on homemade electric circuit. It is made by the waste material. It is used when there is power cut. It is also used when for the decoration. Thank you. ਮੋਰਿੰਡਾ ਅਤੇ 43ਵੀਂ ਚੰਡੀਗੜ੍ਹ ਵਿੱਦਿਆ ਮੰਦਿਰ ਵਿੱਚ ਮਹਾਸ਼ਿਵਰਾਤਰੀ ਦਾ ਪਰਬ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਨਰਸਰੀ ਤੋਂ ਲੈ ਕੇ 6ਵੀਂ ਤੱਕ ਦੇ ਵਿਦਿਆਰਥੀਆਂ ਨੇ ਭਗਵਾਨ ਸ਼ਿਵ ਦੇ ਪੋਸਟਰ ਬਣਾਏ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ 7ਵੀਂ ਦੇ 10ਵੀਂ ਤੱਕ ਦੇ ਵਿਦਿਆਰਥੀਆਂ ਨੇ ਭਗਵਾਨ ਸ਼ਿਵ ਜੀ ਦੇ ਭਜਨ ਅਤੇ ਗੀਤ ਪ੍ਰਸਤੁਤ ਕੀਤੇ। 3 ਮਾਰਚ ਨੂੰ ਪ੍ਰਕਾਸ਼ਵਤੀ ਜਲੰਧਰ, 43ਵੀਂ ਚੰਡੀਗੜ੍ਹ, ਹੁਸ਼ਿਆਰਪੁਰ ਅਤੇ ਰਾਮਪੁਰਾ ਫੂਲ ਵਿੱਦਿਆ ਮੰਦਿਰ ਵਿੱਚ ਵਿਸ਼ਵ ਵਨਿਆ ਜੀਵ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੇ ਸੁੰਦਰ ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ ਅਤੇ ਪੌਦੇ ਲਗਾਏ। ਵਿਦਿਆਰਥੀਆਂ ਦੁਆਰਾ ਵਨਿਆ ਜੀਵਾਂ ਨੂੰ ਬਚਾਉਣ ਲਈ ਸਹੁੰ ਵੀ ਖਾਧੀ। ਹੁਸ਼ਿਆਰਪੁਰ ਵਿੱਦਿਆ ਮੰਦਿਰ ਵਿੱਚ ਵਿਦਿਆਰਥੀ ਸਥਾਨਕ ਵਰਲਡ ਲਾਈਫ ਸੈਂਚੁਰੀ ਤੱਖਣੀ ਰਹਿਮਾਪੁਰ ਵਿੱਚ ਗਏ। ਰਾਸ਼ਟਰੀ ਨਿਰਮਾਣ ਵਿੱਚ ਸਿੱਖਿਆ ਅਤਿਅੰਤ ਮਹੱਤਵਪੂਰਨ ਸਾਧਨ ਹੈ। ਰਾਸ਼ਟਰਵਾਦੀ ਲੋਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਸ਼ਬਦ ਵਿੱਦਿਆ ਭਾਰਤੀ ਦੇ ਉਪ ਅਧਿਕਾਰੀ ਸ਼੍ਰੀ ਦਲੀਪ ਵੇਦੇਕਰ ਜੀ ਨੇ ਵਿੱਦਿਆ ਧਾਮ ਵਿੱਚ PTU, DAV ਅਤੇ NIT ਦੇ ਪ੍ਰੋਫੈਸਰਾਂ ਦੀ ਮੀਟਿੰਗ ਦੇ ਵਿੱਚ ਸੰਬੋਧਿਤ ਕਰਦੇ ਹੋਏ ਕਹੇ। ਇਸੇ ਪ੍ਰਕਾਰ ਸ਼ਾਰਦਾ ਸਰਵ ਹਿਤਕਾਰੀ ਵਿੱਦਿਆ ਮੰਦਿਰ ਚੰਡੀਗੜ੍ਹ ਵਿੱਚ ਸ਼੍ਰੀ ਦਲੀਪ ਜੀ ਨੇ ਇੱਕ ਕਾਰਜਕ੍ਰਮ ਦੇ ਤਹਿਤ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਅਧਿਆਪਕਾਂ ਦਾ ਪ੍ਰਮੁੱਖ ਕੰਮ ਹੈ ਕਿ ਵਿਦਿਆਰਥੀਆਂ ਨੂੰ ਪਰਿਸਥਿਤੀਆਂ ਨਾਲ ਲੜਨਾ ਸਿਖਾਉਣ, ਉਹਨਾਂ ਦਾ ਮਨ ਸੰਭਲੇ ਅਤੇ ਉਹਨਾਂ ਦਾ ਆਤਮ ਵਿਸ਼ਵਾਸ ਵਧਾਉਣ। ਸ਼੍ਰੀ ਸੁਰਿੰਦਰ ਕੁਮਾਰ ਗੁਪਤਾ ਸਰਵ ਹਿਤਕਾਰੀ ਵਿੱਦਿਆ ਮੰਦਿਰ ਸ਼੍ਰੀ ਮੁਕਤਸਰ ਸਾਹਿਬ ਵਿੱਚ 1 ਦਿਵਸੀਆ NSS ਕੈਂਪ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੂੰ 6 ਸਮੂਹਾਂ ਵਿੱਚ ਵੰਡ ਕੇ ਅਧਿਆਪਕਾਂ ਦੁਆਰਾ ਨਿਰਦੇਸ਼ ਦਿੱਤੇ ਗਏ। ਇਨ੍ਹਾਂ ਸਮੂਹਾਂ ਦੇ ਵਿੱਚ ਵਿਦਿਆਰਥੀਆਂ ਨੇ ਸਵੱਛ ਭਾਰਤ ਅਭਿਆਨ ਅਤੇ ਵਾਤਾਵਰਣ ਨੂੰ ਸੰਭਾਲਣ ਦੇ ਵਿਸ਼ੇ ਉੱਤੇ ਜਾਗਰਣ ਅਭਿਆਨ ਚਲਾਇਆ। ਮੱਧ ਵਿਦਿਆ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਨੇ ਜਮਾਤ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਲਈ ਇੱਕ ਇਤਿਹਾਸਕ ਯਾਤਰਾ ਦਾ ਆਯੋਜਨ ਕੀਤਾ। ਇਸ ਯਾਤਰਾ ਦਾ ਪਹਿਲਾ ਪੜਾਅ ਪਠਾਨਕੋਟ ਦੇ ਨਜ਼ਦੀਕ ਪੈਂਦਾ ਮੁਕਤੇਸ਼ਵਰ ਧਾਮ ਰਿਹਾ, ਜਦਕਿ ਪੜਾਅ ਕਾਠਗੜ੍ਹ ਮੰਦਿਰ ਰਿਹਾ। ਵਿਦਿਆਰਥੀ ਇਹਨਾਂ ਦੋਨਾਂ ਧਾਰਮਿਕ ਸਥਾਨਾਂ ਉੱਤੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਨਤਮਸਤਕ ਹੋਏ। ਇਹਨਾਂ ਸਥਾਨਾਂ 'ਤੇ ਇਤਿਹਾਸਕ ਮਹੱਤਵ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਮਿੰਨੀ ਗੋਆ ਜਾ ਕੇ ਪਿਕਨਿਕ ਦਾ ਭਰਪੂਰ ਆਨੰਦ ਉਠਾਇਆ। ਇੱਕ ਫੋਟੋ ਇੱਕ ਸਮਾਚਾਰ। ਦੀਨਾਨਗਰ ਵਿੱਦਿਆ ਮੰਦਿਰ ਵਿੱਚ ਕਰੋਨਾ ਦੂਜੇ ਚਰਨ ਟੀਕਾ ਕੈਂਪ ਦਾ ਹੋਇਆ ਆਯੋਜਨ। ਨੰਗਲ ਸ਼ੀਸ਼ੂ ਵਾਟਕਾ ਵਿੱਚ ਸੰਕੁਲ ਪ੍ਰਮੁੱਖ ਸ਼੍ਰੀ ਜਤਿੰਦਰ ਸ਼ਰਮਾ ਜੀ ਦਾ ਪ੍ਰਵਾਸ ਹੋਇਆ ਪੂਰਾ। ਬਸੀ ਪਠਾਣਾ ਸ਼ੀਸ਼ੂ ਵਾਟਕਾ ਦੀ ਵੀਡੀਓ। चले शहर की ओर उनमें से एक भालू बोला, अब हम मिलने जाएंगे, उधम वहां मचाएंगे। एक छोटे मोटा था, पेट में कुछ होता था, केले खाकर छिलके फेंके, कुछ दाएं कुछ बाएं, कुछ पीछे कुछ आगे फेंके, फिर वो जोर जोर से भागे, छिलके पर जो पैर पड़ा मोटा भालू वहीं गिरा। ਰੂਪਨਗਰ ਵਿੱਦਿਆ ਮੰਦਿਰ ਵਿੱਚ ਮਨਾਇਆ ਗਿਆ ਬੱਚਿਆਂ ਦਾ ਜਨਮ ਦਿਨ। ਪ੍ਰਸਤੁਤ ਹੈ ਇੱਕ ਵੀਡੀਓ। ਫਾਜ਼ਿਲਕਾ ਦੇ 3 ਵਿਦਿਆਰਥੀਆਂ ਨੇ ਡਿਸਕਵਰੀ ਸਕੂਲ ਸੁਪਰ ਲੀਗ ਦਾ ਉਤਰੀਣ ਕੀਤਾ ਪ੍ਰਥਮ ਚਰਨ। ਬਰਨਾਲਾ ਸਰਵ ਹਿਤਕਾਰੀ ਨੇ NCC ਕੈਡਿਟਾਂ ਨੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪਲਾਸਟਿਕ ਦੇ ਖਾਤਰਿਆਂ ਬਾਰੇ ਕੀਤਾ ਜਾਗਰੂਕ। ਸਰਵ ਹਿਤਕਾਰੀ ਵਿੱਦਿਆ ਮੰਦਿਰ ਮਲੋਟ ਵਿੱਚ ਪ੍ਰਬੰਧ ਸਮਿਤੀ ਦੀ ਬੈਠਕ ਹੋਈ ਸੰਪੰਨ। ਵਿੱਦਿਆ ਮੰਦਿਰ ਸ਼੍ਰੰਖਲਾ ਦੇ ਅੰਤਰਗਤ ਪ੍ਰਸਤੁਤ ਹੈ ਸਰਵ ਹਿਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਿਰ ਸ਼੍ਰੀ ਮੁਕਤਸਰ ਸਾਹਿਬ ਦੁਆਰਾ ਸੁੰਦਰ ਵੀਡੀਓ। देश की माटी सबो भूमि हर ग्राम है, हर बाला देवी की प्रतिमा बच्चा बच्चा राम।
ਜਲਾਲਾਬਾਦ ਵਿਦਿਆ ਮੰਦਿਰ ਵਿੱਚ ਇੱਕ ਵਿਦਿਆਰਥੀ ਨੇ ਪਰਿਆਵਰਣ ਸੰਬੰਧੀ ਵਿਚਾਰ। Everyone, my name is Kritika. I read in 10th standard. First of all, I would like to say a big thank to my teachers who gave me a huge opportunity to say something on this day. So let's start. The World Environment Day is celebrated on 5th June every year. First time World Environment Day was celebrated on 5th June 1974. United Nation assigned new theme annually for World Environment Day. The theme for World Environment Day 2021 is Time for Nature. People can do something on this World Environment Day. They can plant saplings near our residence to mark this day. To better environment, we should not use a single use of plastic. On the World Environment Day, people work together to protect our environment. People protect our environment and also encourage people to protect our environment. If our environment become neat and clean, then human life will be also become very peaceful and happy. Thank you. So let's start. ਇਸ ਸਪਤਾਹ ਬਸ ਇੰਨਾ ਹੀ। ਮਿਲਦੇ ਹਾਂ ਅਗਲੇ ਸਪਤਾਹ ਨਵੀਆਂ ਸੁਰਖੀਆਂ ਦੇ ਨਾਲ। ਧੰਨਵਾਦ।